ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਬरुण ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ। ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ। 5 ਸਾਲਾਂ ਲਈ ਐਂਟਰੀ ਤੇ ਲੱਗੀ ਪਾਬੰਦੀ। ਕੈਨੇਡਾ 'ਚ ਹੁਣ ਵਿਦਿਆਰਥੀਆਂ ਦੀ ਐਂਟਰੀ ਹੋ ਸਕਦੀ ਹੈ ਬੰਦ। ਸਰਕਾਰ ਨੇ ਦਿੱਤੇ ਸੰਕੇਤ, ਲਿਸਟਾਂ ਹੋ ਰਹੀਆਂ ਤਿਆਰ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਵਕਾਲਤ। ਇਮੀਗ੍ਰੇਸ਼ਨ ਮੰਤਰਾਲਾ ਨੂੰ ਖੋਰਾ ਲਗਾਉਣ ਲਈ ਪੋਲੀਏਵਰ ਨੇ ਫਰੇਜ਼ਰ ਦੀ ਕੀਤੀ ਆਲੋਚਨਾ। 2020 ਤੋਂ ਬਾਅਦ ਸਭ ਤੋਂ ਵੱਧ ਪ੍ਰਵਾਸੀ ਨਜ਼ਰਬੰਦੀਆਂ, ਦੁਰਵਿਵਹਾਰ ਦੀਆਂ ਮਿਲੀਆਂ ਰਿਪੋਰਟਾਂ। ਚੀਨ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ਨੂੰ ਕੀਤਾ ਸੌਖਾ। ਜਰਮਨੀ ਨੇ ਪ੍ਰਵਾਸੀਆਂ ਲਈ ਕੀਤਾ ਮਹੱਤਵਪੂਰਨ ਐਲਾਨ, ਪੰਜਾਬੀਆਂ ਨੂੰ ਹੋਵੇਗਾ ਫਾਇਦਾ। ਲੀਬੀਆ 'ਚ ਫਸੇ 17 ਭਾਰਤੀ ਵਤਨ ਪਰਤੇ। ਆਸਟ੍ਰੇਲੀਆ 'ਚ ਕੌਮਾਂਤਰੀ ਵਿਦਿਆਰਥੀਆਂ ਦਾ ਹਾਲ ਮਾੜਾ। ਬੀਤੇ ਦਿਨੀ ਜਿਹੜੇ 21 ਭਾਰਤੀ ਵਿਦਿਆਰਥੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸੀ ਅਤੇ ਉਹਨਾਂ ਦੇ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਗਏ ਸੀ, ਉਹ ਹੁਣ ਇੱਕ ਹੋਰ ਭਿਆਨਕ ਹਕੀਕਤ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਤੇ ਦੇਸ਼ ਵਿੱਚ 5 ਸਾਲਾਂ ਲਈ ਦਾਖਲਾ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦਾ ਪ੍ਰਭਾਵ ਕੇਵਲ ਅਮਰੀਕਾ ਤੱਕ ਹੀ ਸੀਮਿਤ ਨਹੀਂ ਹੈ, ਕਿਉਂਕਿ ਮਾਹਿਰ ਚੇਤਾਵਨੀ ਦਿੰਦੇ ਨੇ ਕਿ ਇਹ ਕੈਨੇਡਾ, ਯੂਕੇ ਅਤੇ ਆਸਟ੍ਰੇਲੀਆ ਸਮੇਤ ਹੋਰ ਪ੍ਰਸਿੱਧ ਇੰਟਰਨੈਸ਼ਨਲ ਅਧਿਐਨ ਸਥਾਨਾਂ ਵਿੱਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ ਅਤੇ ਉੱਥੇ ਵੀ ਉਹਨਾਂ ਦੇ ਜਾਣ ਤੇ ਪਾਬੰਦੀ ਹੋਵੇਗੀ। ਯੂਐਸਏ ਨੇ ਭਾਰਤ ਦੇ ਤੇਲੰਗਾਨਾ ਦੇ ਵਿਦਿਆਰਥੀਆਂ ਨੂੰ ਵੀਜ਼ਾ ਦਸਤਾਵੇਜ਼ਾਂ ਵਿੱਚ ਗੜਬੜੀ ਕਾਰਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਸੀ। ਜਿਵੇਂ ਕਿ ਮਾਹਿਰ ਇਸ ਸਥਿਤੀ ਦੇ ਬਾਰੇ ਨਤੀਜਿਆਂ ਦੀ ਖੋਜ ਕਰਦੇ ਨੇ ਅਤੇ ਉਹਨਾਂ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਭਾਵ ਤੁਰੰਤ ਦਾਖਲੇ ਤੇ ਪਾਬੰਦੀ ਤੋਂ ਕਿਤੇ ਵੱਧ ਨੇ। ਇੱਕ ਮਹੱਤਵਪੂਰਨ ਚਿੰਤਾ ਵੀ ਹੈ ਕਿ ਭਵਿੱਖ ਵਿੱਚ H1B ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵੇਲੇ ਇਹਨਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸੰਭਾਵੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰੁਕਾਵਟ ਉਦੋਂ ਤੱਕ ਕਾਇਮ ਰਹਿ ਸਕਦੀ ਹੈ ਜਦੋਂ ਤੱਕ ਕਿ ਵੱਡੀਆਂ ਬਹੁਰਾਸ਼ਟਰੀ ਕਾਰਪੋਰੇਸ਼ਨਸ ਦੇ ਦੁਆਰਾ ਉਹਨਾਂ ਦੀ ਅਰਜ਼ੀ ਦਾ ਸਮਰਥਨ ਨਹੀਂ ਕੀਤਾ ਜਾਂਦਾ ਹੈ। ਦੇਸ਼ ਨਿਕਾਲੇ ਦੀਆਂ ਚਿੰਤਾਵਾਂ ਵਿਚਕਾਰ ਅਮਰੀਕਾ ਵੱਲੋਂ ਜਾ ਰਹੇ ਵਿਦਿਆਰਥੀਆਂ ਲਈ ਦਸਤਾਵੇਜ਼ ਦੀ ਜਾਂਚ ਦਾ ਕਾਨੂੰਨ ਬਹੁਤ ਸਖਤ ਹੋਇਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਵਿੱਤੀ ਨੁਕਸਾਨ ਵੀ ਹੁੰਦਾ ਹੈ। ਉਹਨਾਂ ਦੇ ਖਰਚਿਆਂ ਵਿੱਚ ਜਿਵੇਂ ਕਿ ਵੀਜ਼ਾ ਫੀਸ, ਹਵਾਈ ਜਹਾਜ਼ ਦਾ ਕਿਰਾਇਆ, ਯੂਨੀਵਰਸਿਟੀਜ਼ ਐਪਲੀਕੇਸ਼ਨਸ ਖਰਚੇ, ਸਲਾਹਕਾਰ ਦੇ ਖਰਚੇ ਸ਼ਾਮਲ ਹੁੰਦੇ ਨੇ। 21 ਵਿਦਿਆਰਥੀਆਂ ਨੂੰ ਇੱਕ ਦਿਨ ਵਿੱਚ ਅਮਰੀਕਾ ਤੋਂ ਜ਼ਬਰਦਸਤੀ ਡਿਪੋਰਟ ਕੀਤੇ ਜਾਣ ਦੀ ਘਟਨਾ ਨੇ ਵੀਜ਼ਾ ਸੰਬੰਧੀ ਮੁੱਦਿਆਂ ਤੇ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਬਾਰੇ ਚਿੰਤਾਵਾਂ ਨੂੰ ਜਗਾਇਆ ਹੈ। ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਹਿਣ ਵਾਲੇ ਇਹਨਾਂ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਉੱਚ ਸਿੱਖਿਆ ਦੇ ਸੁਪਨੇ ਲੈ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੀਆਂ ਇੱਛਾਵਾਂ ਨੂੰ ਅਚਾਨਕ ਕੁਚਲ ਦਿੱਤਾ ਗਿਆ। ਇਹਨਾਂ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ, ਜਿਸ ਨਾਲ ਉਹਨਾਂ ਨੂੰ ਸੰਖੇਪ ਹਿਰਾਸਤ ਵਿੱਚ ਲਿਆ ਗਿਆ। ਇਹ ਘਟਨਾਵਾਂ ਅਮਰੀਕਾ ਦੇ ਮੁੱਖ ਹਵਾਈ ਅੱਡਿਆਂ ਅਟਲਾਂਟਾ, ਸ਼ਿਕਾਗੋ ਅਤੇ ਸਾਨ ਫਰਾਂਸਿਸਕੋ, ਕੈਲੀਫੋਰਨੀਆ ਵਿੱਚ ਵਾਪਰੀਆਂ ਸੀ। ਕੈਨੇਡੀਅਨ ਸਰਕਾਰ ਅਗਲੇ ਸਾਲ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਸੀਮਿਤ ਕਰ ਸਕਦੀ ਹੈ। ਇਸ ਸਮੇਂ ਕੈਨੇਡਾ 'ਚ 8 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਨੇ। ਉਹਨਾਂ ਨੂੰ ਰਿਹਾਇਸ਼ੀ ਸੇਵਾਵਾਂ ਪ੍ਰਦਾਨ ਕਰਨਾ ਕੈਨੇਡਾ ਸਰਕਾਰ ਲਈ ਬੋਝ ਬਣ ਗਿਆ ਹੈ। 2012 ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 2,75,000 ਸੀ। ਨਵੇਂ ਹਾਊਸਿੰਗ ਮੰਤਰੀ ਸਿਆਨ ਫਰੇਜ਼ਰ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਵੱਧਦੀ ਰਿਹਾਇਸ਼ੀ ਲਾਗਤ ਦੇ ਦਬਾਅ ਹੇਠ ਵਿਦੇਸ਼ੀ ਵਿਦਿਆਰਥੀ ਵੀਜ਼ਾਜ਼ ਨੂੰ ਘੱਟ ਕਰਨ ਬਾਰੇ ਵਿਚਾਰ ਕਰ ਸਕਦੀ ਹੈ, ਜੋ ਹਾਲ ਹੀ ਦੇ ਸਾਲਾਂ 'ਚ ਵਧੀਆਂ ਨੇ। ਅਧਿਕਾਰਤ ਅੰਕੜੇ ਦਿਖਾਉਂਦੇ ਨੇ ਕਿ 2022 ਵਿੱਚ 8 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਵੀਜ਼ਾ ਵਾਲੇ ਹੋਣਗੇ, ਜੋ ਕਿ 2012 ਵਿੱਚ 2,75,000 ਤੋਂ ਵੱਧ ਨੇ। ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਹੈ, ਕਿਉਂਕਿ ਇੱਥੇ ਵਰਕ ਪਰਮਿਟ ਹਾਸਲ ਕਰਨਾ ਬਹੁਤ ਸੌਖਾ ਹੈ। ਹਾਊਸਿੰਗ ਮੰਤਰੀ ਸਿਆਨ ਫਰੇਜ਼ਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਲਦੀ ਹੀ ਫੈਸਲਾ ਲਿਆ ਜਾਏਗਾ। ਜ਼ਿਕਰਯੋਗ ਹੈ ਕਿ 12 ਸਾਲ ਪਹਿਲਾਂ ਤੱਕ ਗ੍ਰੇਟਰ ਟੋਰਾਂਟੋ ਏਰੀਆ ਦੇ ਆਲੇ ਦੁਆਲੇ ਦੇ ਛੋਟੇ ਕਸਬਿਆਂ 'ਚ ਵਿਦਿਆਰਥੀ $800 ਤੋਂ $1,200 ਪ੍ਰਤੀ ਮਹੀਨੇ 'ਚ ਬੇਸਮੈਂਟ ਕਿਰਾਏ ਤੇ ਲੈ ਸਕਦੇ ਸੀ। ਹੁਣ $2,300 ਤੋਂ $2,700 ਤੇ ਦਿੱਤੇ ਜਾ ਰਹੇ ਨੇ। ਇਸ ਕਾਰਨ ਵਿਦਿਆਰਥੀਆਂ ਅਤੇ ਮਕਾਨ ਮਾਲਕਾਂ ਵਿਚਾਲੇ ਝਗੜੇ ਵੱਧ ਗਏ ਨੇ। ਫਰੇਜ਼ਰ, ਜੋ ਪਿਛਲੇ ਮਹੀਨੇ ਆਪਣੀ ਨੌਕਰੀ ਲੈਣ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸੀ, ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਕੁਝ ਹਾਊਸਿੰਗ ਬਾਜ਼ਾਰਾਂ ਤੇ ਸਪਸ਼ਟ ਦਬਾਅ ਪਾ ਰਿਹਾ ਹੈ। ਇਹ ਪੁੱਛੇ ਜਾਣ ਤੇ ਕਿ ਕੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਤੇ ਕੋਈ ਸੀਮਾ ਹੋ ਸਕਦੀ ਹੈ, ਤਾਂ ਉਹਨਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਵਿਕਲਪਾਂ ਵਿੱਚੋਂ ਇੱਕ ਹੈ ਜਿਸ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਕੈਨੇਡਾ, ਜਿਸ ਦੀ ਆਬਾਦੀ ਲਗਭਗ 39.5 ਮਿਲੀਅਨ ਹੈ, ਨੇ 2025 ਚ ਰਿਕਾਰਡ 5 ਲੱਖ ਨਵੇਂ ਸਥਾਈ ਨਿਵਾਸੀਆਂ ਨੂੰ ਲੈਣ ਦੀ ਯੋਜਨਾ ਬਣਾਈ ਹੈ। ਫਰੇਜ਼ਰ ਨੇ ਕਿਹਾ ਕਿ ਨਵੇਂ ਆਉਣ ਵਾਲਿਆਂ ਦੀ ਗਿਣਤੀ ਨੂੰ ਸੀਮਿਤ ਕਰਨਾ ਇਸ ਦਾ ਹੱਲ ਨਹੀਂ ਸੀ।
ਇਮੀਗ੍ਰੇਸ਼ਨ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2 ਮੰਤਰੀਆਂ ਦੀ ਵੱਖੋ ਵੱਖਰੀ ਰਾਏ ਉੱਭਰ ਕੇ ਆਈ ਹੈ। ਪ੍ਰਿੰਸ ਐਡਵਰਡ ਆਈਲੈਂਡ ਵਿੱਚ ਕੈਬਨਿਟ ਰੀਟਰੀਟ ਦੇ ਦੂਜੇ ਦਿਨ ਇਮੀਗ੍ਰੇਸ਼ਨ ਮੰਤਰੀ ਮਾਰਕ ਨੇ ਕਿਹਾ ਹੈ ਕਿ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਹਰ ਸਾਲ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ। ਉਧਰ ਲੋਕ ਸੁਰੱਖਿਆ ਮੰਤਰੀ ਡੋਮਿਨਿਕ ਲਿਬਲੈਂਕ ਨੇ ਕਿਹਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਕੋਈ ਮਸਲਾ ਨਹੀਂ, ਸਗੋਂ ਇਮੀਗ੍ਰੇਸ਼ਨ ਅਤੇ ਹਾਊਸਿੰਗ ਦੇ ਆਪਸ ਵਿੱਚ ਸਿੱਧੇ ਰਿਸ਼ਤੇ ਨੂੰ ਸਮਝਦਿਆਂ ਨਵੀਆਂ ਨੀਤੀਆਂ ਬਣਾਈਆਂ ਜਾਣ। ਲਿਬਲੈਂਕ ਨੇ ਕਿਹਾ ਕਿ ਕੈਨੇਡਾ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਇਮੀਗ੍ਰੇਸ਼ਨ ਬੇहद ਲਾਜ਼ਮੀ ਹੈ। ਹਰ ਸੂਬੇ ਦਾ ਪ੍ਰੀਮੀਅਰ ਵਧੇਰੇ ਪ੍ਰਵਾਸੀਆਂ ਨੂੰ ਸੱਦਣ ਦੀ ਮੰਗ ਕਰ ਰਿਹਾ ਹੈ ਤਾਂ ਕਿ ਕਿਰਤੀਆਂ ਦੀ ਕਮੀ ਦੂਰੀ ਕੀਤੀ ਜਾ ਸਕੇ। ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੰਜ਼ਰਵੇਟਿਵ ਆਗੂ ਪੀਅਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸਾਬਕਾ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੀ ਨਿਖੇਧੀ ਕੀਤੀ। ਪੋਲੀਏਵਰ ਨੇ ਕਿਹਾ ਕਿ ਇਮੀਗ੍ਰੇਸ਼ਨ ਮੰਤਰਾਲਾ ਦਾ ਵਧੇਰੇ ਨੁਕਸਾਨ ਸਾਬਕਾ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਵੱਲੋਂ ਆਪ ਕੀਤਾ ਗਿਆ। ਪੋਲੀਏਵਰ ਨੇ ਕਿਹਾ ਕਿ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਪੱਠਾ ਫਰੇਜ਼ਰ ਨੇ ਬਿਠਾਇਆ। ਪੋਲੀਏਵਰ ਨੇ ਇਹ ਵੀ ਆਖਿਆ ਕਿ ਅੱਜ ਨਵੇਂ ਇਮੀਗ੍ਰੈਂਟਸ ਤੇ ਇੰਟਰਨੈਸ਼ਨਲ ਸਟੂਡੈਂਟਸ ਜਿਸ ਤਕਲੀਫ ਤੇ ਤੰਗੀ ਵਿੱਚੋਂ ਨਿਕਲ ਰਹੇ ਨੇ ਉਹਨਾਂ ਲਈ ਵੀ ਫਰੇਜ਼ਰ ਹੀ ਜ਼ਿੰਮੇਵਾਰ ਨੇ। ਉਹਨਾਂ ਨੇ ਕਿਹਾ ਕਿ ਅਸੀਂ ਕੰਜ਼ਰਵੇਟਿਵ ਹੋਣ ਦੇ ਨਾਤੇ ਇਹ ਯਕੀਨੀ ਬਣਾਵਾਂਗੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਕੋਲ ਘਰ, ਹੈਲਥ ਕੇਅਰ ਵਰਗੀਆਂ ਸਹੂਲਤਾਂ ਹੋਣ ਤੇ ਜਦੋਂ ਚਾਹੁਣ ਨੌਕਰੀ ਕਰ ਸਕਣ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿ ਸਾਡੀਆਂ ਯੂਨੀਵਰਸਿਟੀਜ਼ ਦੁਨੀਆ ਭਰ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਸਕਣ, ਸਾਡੇ ਦੇਸ਼ ਦੀਆਂ ਡੈਮੋਗ੍ਰਾਫਿਕ ਦਿੱਕਤਾਂ ਨੂੰ ਦੂਰ ਕਰ ਸਕਣ। ਉਹਨਾਂ ਨੇ ਅੱਗੇ ਕਿਹਾ ਕਿ ਇਸ ਸਭ ਦੇ ਬਾਵਜੂਦ ਲਿਬਰਲਾਂ ਵੱਲੋਂ ਫਰੇਜ਼ਰ ਨੂੰ ਤਰੱਕੀ ਦੇ ਕੇ ਹਾਊਸਿੰਗ ਮੰਤਰੀ ਬਣਾ ਦਿੱਤਾ ਜਾਣਾ ਹੈ। ਤਾਂ ਹੋਰ ਵੀ ਕਮਾਲ ਦੀ ਗੱਲ ਹੈ, ਇਸੇ ਮੰਤਰੀ ਨੇ ਤਾਂ ਰਿਫਿਊਜ਼ਿਸ ਨੂੰ ਸੜਕਾਂ ਉੱਤੇ ਰੋਲ ਦਿੱਤਾ, ਪੁਲਾਂ ਥੱਲੇ ਆਸਰਾ ਲੈਣ ਦੇ ਲਈ ਮਜਬੂਰ ਕੀਤਾ ਤੇ ਹੁਣ ਹਾਊਸਿੰਗ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਟਰੂਡੋ ਦੇ ਰਾਜ ਵਿੱਚ ਹਾਊਸਿੰਗ ਕੀਮਤਾਂ ਦੁੱਗਣੀਆਂ ਕਿਉਂ ਹੋਈਆਂ। ਤਾਜ਼ਾ ਅੰਕੜਿਆਂ ਦੇ ਅਨੁਸਾਰ ਜੁਲਾਈ ਵਿੱਚ ਸੰਘੀ ਨਜ਼ਰਬੰਦੀ 'ਚ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਦੀ ਗਿਣਤੀ 3 ਸਾਲਾਂ 'ਚ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। 30 ਜੁਲਾਈ ਤੱਕ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਜਾਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਦੁਆਰਾ ਸੰਚਾਲਿਤ ਨਜ਼ਰਬੰਦੀ ਸਹੂਲਤਾਂ 'ਚ 30,438 ਪ੍ਰਵਾਸੀ ਰੱਖੇ ਗਏ। ਜੁਲਾਈ ਦੇ ਅੱਧ ਵਿੱਚ 31,064 ਗੈਰ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜੋ ਕਿ ਟਰੰਪ ਪ੍ਰਸ਼ਾਸਨ ਦੇ ਅਧੀਨ ਅਪ੍ਰੈਲ 2020 ਤੋਂ ਬਾਅਦ ਅਮਰੀਕਾ 'ਚੋਂ ਸਭ ਤੋਂ ਵੱਧ ਨਜ਼ਰਬੰਦੀ ਹੈ। ਸਾਰੇ ਨਜ਼ਰਬੰਦਾਂ ਵਿੱਚੋਂ ਲਗਭਗ 1/3 ਨੂੰ ਟੈਕਸਾਸ 'ਚ ICE ਸਹੂਲਤਾਂ ਵਿੱਚ ਰੱਖਿਆ ਗਿਆ ਹੈ। ਅਗਸਤ 2019 'ਚ ਟਰੰਪ ਪ੍ਰਸ਼ਾਸਨ ਦੌਰਾਨ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ 'ਚ ਨਜ਼ਰਬੰਦੀਆਂ 55,600 ਤੋਂ ਵੱਧ ਗਈਆਂ ਅਤੇ ਫਿਰ ਅਪ੍ਰੈਲ 2020 ਦੇ ਅਖੀਰ ਤੱਕ 30,000 ਤੋਂ ਹੇਠਾਂ ਆ ਗਈਆਂ। NPR ਦੇ ਦੁਆਰਾ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ICE ਨਜ਼ਰਬੰਦੀ ਸੁਵਿਧਾਵਾਂ 'ਚ ਲਾਪਰਵਾਹੀ ਦੀਆਂ ਸਥਿਤੀਆਂ ਉਸ ਸਮੇਂ ਦੀਆਂ ਮਿਆਦ ਤੋਂ ਪਹਿਲਾਂ ਦੀਆਂ ਨੇ। ਨਿਰੀਖਣ ਰਿਪੋਰਟਾਂ ਸਿਵਲ ਰਾਈਟਸ ਐਂਡ ਸਿਵਲ ਲਿਬਰਟੀਜ਼ ਦੇ ਲਈ ਹੋਮਲੈਂਡ ਸਿਕਿਉਰਿਟੀ ਦੇ ਦਫ਼ਤਰ ਦੇ ਦੁਆਰਾ ਨਿਯੁਕਤ ਕੀਤੇ ਗਏ ਮਾਹਿਰ ਦੁਆਰਾ ਲਿਖੀਆਂ ਗਈਆਂ ਸਨ, ਜਿਨ੍ਹਾਂ ਨੇ 2017 ਤੋਂ 2019 ਤੱਕ 16 ਰਾਜਾਂ ਵਿੱਚੋਂ 2 ਦਰਜਨ ਤੋਂ ਵੱਧ ਸਹੂਲਤਾਂ ਦੀ ਜਾਂਚ ਕੀਤੀ। NPR ਨੇ ਸੂਚਨਾ ਪ੍ਰਾਪਤ ਕਰਨ ਦੇ ਲਈ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਤਹਿਤ ਸੂ ਕੀਤਾ, ਕਿਉਂਕਿ ਇੱਕ ਰਿਪੋਰਟ ਦੇ ਅਨੁਸਾਰ ਨਜ਼ਰਬੰਦਾਂ ਦੀ ਡਾਕਟਰੀ ਦੇਖਭਾਲ ਅਤੇ ਹੋਰ ਸਹੂਲਤਾਂ ਵਿੱਚ ਅਣਗਹਿਲੀਆਂ ਪਾਈਆਂ ਜਾ ਰਹੀਆਂ ਸਨ। ਇਸ ਦੇ ਨਾਲ-ਨਾਲ ਨਜ਼ਰਬੰਦਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਸੀ। ਵਿੱਤੀ ਸਾਲ 2023 ਵਿੱਚ ਹੁਣ ਤੱਕ ਪੀਅਰਸਾਲ ਟੈਕਸਾਸ ਵਿੱਚ ਦੱਖਣੀ ਟੈਕਸਾਸ ICE ਪ੍ਰੋਸੈਸਿੰਗ ਸੈਂਟਰ ਵਿੱਚ ਔਸਤਨ 1252 ਪ੍ਰਤੀ ਦਿਨ ICE ਨਜ਼ਰਬੰਦਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ICE ਨੇ ਐਲਾਨ ਕੀਤਾ ਕਿ ਇਹ ਇੱਕ ਵਿਵਾਦਪੂਰਨ ਤੇ ATD ਪ੍ਰੋਗਰਾਮ ਦਾ ਵਿਸਥਾਰ ਕਰ ਰਿਹਾ ਹੈ, ਜੋ ਪਨਾਹ ਮੰਗਣ ਵਾਲਿਆਂ ਤੇ ਰੋਕ ਤਾਂ ਲਾਏਗਾ ਪਰ ਉਹਨਾਂ ਨੂੰ ਨਜ਼ਰਬੰਦੀ ਦੀਆਂ ਸਹੂਲਤਾਂ ਤੋਂ ਬਾਹਰ ਰੱਖੇਗਾ। ਚੀਨ ਨੇ ਭਾਰਤੀਆਂ ਲਈ ਇੱਕ ਅਹਿਮ ਐਲਾਨ ਕੀਤਾ ਹੈ। ਐਲਾਨ ਦੇ ਮੁਤਾਬਕ ਚਾਈਨਾ ਨੇ ਵਪਾਰ, ਸੈਰ ਸਪਾਟਾ, ਚੀਨੀ ਨਾਗਰਿਕਾਂ ਲਈ ਛੋਟੀ ਮਿਆਦ ਦੇ ਪਰਿਵਾਰਕ ਦੌਰੇ, ਟ੍ਰਾਂਜ਼ਿਟ ਅਤੇ ਚਾਲਕ ਦਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀ ਨਾਗਰਿਕਾਂ ਲਈ ਆਪਣੇ ਵੀਜ਼ਾ ਨਿਯਮਾਂ ਨੂੰ ਸਥਾਈ ਤੌਰ ਤੇ ਸੌਖਾ ਕਰ ਦਿੱਤਾ। ਭਾਰਤ ਵਿੱਚ ਚੀਨੀ ਦੂਤਘਰ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਐਲਾਨ ਦੇ ਅਨੁਸਾਰ ਕਾਰੋਬਾਰ, ਸੈਰ ਸਪਾਟਾ, ਥੋੜੇ ਸਮੇਂ ਲਈ ਪਰਿਵਾਰਕ ਮੁਲਾਕਾਤਾਂ, ਆਵਾਜਾਈ ਅਤੇ ਚਾਲਕ ਦਲ ਦੇ ਉਦੇਸ਼ਾਂ ਲਈ ਸਿੰਗਲ ਜਾਂ ਡਬਲ ਐਂਟਰੀ ਵੀਜ਼ਾ ਦੀ ਮੰਗ ਕਰਨ ਵਾਲੇ ਯੋਗ ਬਿਨੇਕਾਰਾਂ ਨੂੰ ਹੁਣ 31 ਦਸੰਬਰ 2023 ਤੱਕ ਬਾਇਓਮੈਟ੍ਰਿਕ ਡੇਟਾ ਪ੍ਰਦਾਨ ਕਰਨ ਦੀ ਲੋੜ ਨਹੀਂ ਹੋਏਗੀ। ਇਹ ਬਦਲਾਅ 2023 ਦੇ ਅੰਤ ਤੱਕ ਲਾਗੂ ਰਹਿਣਗੇ। ਕੁਝ ਛੋਟਾਂ ਪਹਿਲਾਂ ਹੀ ਮੌਜੂਦ ਸਨ। ਇੱਥੇ ਦੱਸ ਦਈਏ ਕਿ ਭਾਰਤੀ ਯਾਤਰੀਆਂ ਲਈ ਚੀਨੀ ਵੀਜ਼ੇ ਦੀ ਕੀਮਤ 3800 ਰੁਪਏ ਤੋਂ 7800 ਰੁਪਏ ਤੱਕ ਹੈ। ਇਹ ਵੀਜ਼ਾ ਦੀ ਕਿਸਮ ਅਤੇ ਇਸ ਦੀ ਵੈਧਤਾ ਦੀ ਮਿਆਦ ਤੇ ਨਿਰਭਰ ਕਰਦਾ ਹੈ। ਵੀਜ਼ਾ ਸੰਬੰਧੀ ਜਾਣਕਾਰੀ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਮਦਦ ਦੇ ਲਈ ਨਵੀਂ ਦਿੱਲੀ ਵਿੱਚ ਚੀਨੀ ਦੂਤਘਰ ਦੇ ਨਾਲ ਸਿੱਧੇ ਸੰਚਾਰ ਚੈਨਲ ਸਥਾਪਿਤ ਕੀਤੇ ਗਏ ਹਨ।
ਜਰਮਨੀ ਦੀ ਕੈਬਨਿਟ ਨੇ ਬੁੱਧਵਾਰ ਨੂੰ ਪ੍ਰਵਾਸੀਆਂ ਲਈ ਮਹੱਤਵਪੂਰਨ ਐਲਾਨ ਕੀਤਾ। ਐਲਾਨ ਦੇ ਮੁਤਾਬਕ ਕੈਬਨਿਟ ਨੇ ਪ੍ਰਵਾਸੀਆਂ ਲਈ ਨਾਗਰਿਕਤਾ ਨਿਯਮਾਂ ਨੂੰ ਆਸਾਨ ਬਣਾਉਣ ਅਤੇ ਜ਼ਿਆਦਾ ਲੋਕਾਂ ਨੂੰ ਦੋਹਰੀ ਨਾਗਰਿਕਤਾ ਰੱਖਣ ਦੀ ਆਗਿਆ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਸਤਾਵਿਤ ਨਵੇਂ ਨਿਯਮ ਦੇ ਤਹਿਤ ਜਿਨ੍ਹਾਂ ਨੇ ਅਜੇ ਵੀ ਸੰਸਦ ਦੇ ਦੁਆਰਾ ਮਨਜ਼ੂਰੀ ਮਿਲਣੀ ਬਾਕੀ ਹੈ ਦੇ ਤਹਿਤ ਜਰਮਨੀ ਵਿੱਚ ਨਾਗਰਿਕਤਾ ਹੁਣ 8 ਦੀ ਬਜਾਏ 5 ਸਾਲ ਬਾਅਦ ਸੰਭਵ ਹੋਏਗੀ। ਜਿਹੜੇ ਲੋਕ ਖਾਸ ਤੌਰ ਤੇ ਚੰਗੇ ਅਹੁਦਿਆਂ ਤੇ ਨੇ ਅਤੇ ਜਿਹੜੇ ਬਹੁਤ ਵਧੀਆ ਜਰਮਨ ਭਾਸ਼ਾ ਬੋਲਦੇ ਨੇ ਉਹ ਕੇਵਲ 3 ਸਾਲਾਂ ਬਾਅਦ ਰਾਸ਼ਟਰੀਅਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਸੰਭਾਵੀ ਨਵੇਂ ਨਾਗਰਿਕਾਂ ਨੂੰ ਇਹ ਦਿਖਾਉਣਾ ਹੋਏਗਾ ਕਿ ਉਹ ਰਾਜ ਦੇ ਸਮਰਥਨ ਤੇ ਨਿਰਭਰ ਨਹੀਂ ਹਨ। ਹਾਲਾਂਕਿ ਸ਼ਰਤ ਵਿੱਚ ਹੋਰ ਨਿਯਮ ਲਾਗੂ ਹੋਣਗੇ। ਡਰਾਫਟ ਕਾਨੂੰਨ ਵਧੇਰੇ ਲੋਕਾਂ ਲਈ ਜਰਮਨੀ ਦੇ ਦੋਹਰੇ ਨਾਗਰਿਕ ਬਣਨ ਦੇ ਲਈ ਦਰਵਾਜ਼ਾ ਖੋਲ੍ਹੇਗਾ, ਜਿਨ੍ਹਾਂ ਵਿੱਚ ਜਰਮਨੀ ਦੇ ਵੱਡੇ ਤੁਰਕੀ ਭਾਈਚਾਰੇ ਦੇ ਲੋਕ ਸ਼ਾਮਲ ਨੇ। 20ਵੀਂ ਸਦੀ ਦੇ ਦੂਜੇ ਅੱਧ ਵਿੱਚ ਤਥਾਕਥਿਤ ਗੈਸਟ ਵਰਕਰ ਵਜੋਂ ਜਰਮਨੀ ਆਏ ਤੁਰਕੀ ਅਤੇ ਹੋਰ ਦੇਸ਼ਾਂ ਦੇ ਬਹੁਤ ਸਾਰੇ ਪ੍ਰਵਾਸੀਆਂ ਲਈ ਨਾਗਰਿਕਤਾ ਦਾ ਰਸਤਾ ਔਖਾ ਰਿਹਾ ਹੈ। ਗੌਰਤਲਬ ਹੈ ਕਿ ਜਰਮਨੀ ਦੇ ਇਸ ਫੈਸਲੇ ਨਾਲ ਇੱਕ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਫਾਇਦਾ ਹੋਏਗਾ। ਦੋਹਰੀ ਨਾਗਰਿਕਤਾ ਦਾ ਅਧਿਕਾਰ ਆਮ ਤੌਰ ਤੇ ਵਰਤਮਾਨ ਵਿੱਚ ਯੂਰੋਪੀਅਨ ਯੂਨੀਅਨ ਅਤੇ ਸਵਿਸ ਨਾਗਰਿਕਾਂ ਤੱਕ ਸੀਮਿਤ ਹੈ। ਜਰਮਨੀ ਦੇ ਨਾਗਰਿਕਤਾ ਕਾਨੂੰਨ ਵਿੱਚ ਸੁਧਾਰ ਚਾਂਸਲਰ ਓਲਾਫ ਸਕੋਲਜ਼ ਦੀ ਕੇਂਦਰ ਖੱਬੇ ਅਗਵਾਈ ਵਾਲੀ ਗੱਠਜੋੜ ਸਰਕਾਰ ਦੁਆਰਾ 2021 ਦੇ ਅੰਤ ਵਿੱਚ ਸੱਤਾ 'ਚ ਆਉਣ ਤੋਂ ਬਾਅਦ ਕੀਤਾ ਗਿਆ ਇੱਕ ਮੁੱਖ ਵਾਅਦਾ ਸੀ। ਯੂਰਪ ਦੀ ਸਭ ਤੋਂ ਵੱਡੀ ਆਰਥਿਕਤਾ ਵੀ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਆਪਣੇ ਆਪ ਨੂੰ ਇੱਕ ਹੋਰ ਆਕਰਸ਼ਕ ਮੰਜ਼ਿਲ ਬਣਾਉਣ ਦੇ ਲਈ ਉਤਸੁਕ ਹੈ। ਲੀਬੀਆ ਦੀ ਤ੍ਰਿਪੋਲੀ ਜੇਲ੍ਹ ਵਿੱਚ ਬੰਦ 17 ਭਾਰਤੀਆਂ ਨੂੰ ਇਸ ਹਫ਼ਤੇ ਭਾਰਤ ਸੁਰੱਖਿਅਤ ਵਾਪਸ ਲਿਆਂਦਾ ਗਿਆ ਸੀ। ਕੁਝ ਟਰੈਵਲ ਏਜੰਟਾਂ ਵੱਲੋਂ ਧੋਖਾ ਦਿੱਤੇ ਜਾਣ ਦੇ ਬਾਅਦ ਉਹ ਲੀਬੀਆ 'ਚ ਫਸ ਗਏ ਸੀ। ਕੁਝ ਸਮੇਂ ਉਹਨਾਂ ਤੋਂ ਮਜ਼ਦੂਰੀ ਕਰਵਾਈ ਗਈ। 3-4 ਦਿਨ ਵਿੱਚ ਇੱਕ ਵਾਰ ਖਾਣਾ ਦਿੱਤਾ ਗਿਆ। ਇਹਨਾਂ 17 ਵਿੱਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਹਰਿਆਣਾ ਦੇ ਰਹਿਣ ਵਾਲੇ ਸੀ। ਦੇਰ ਰਾਤ ਜਦੋਂ 17 ਨੌਜਵਾਨ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਹੋਏ ਸਨ ਤਾਂ ਕੋਈ ਆਪਣੇ ਮਾਤਾ-ਪਿਤਾ ਦੇ ਗਲ ਲਾ ਕੇ ਰੋ ਰਿਹਾ ਸੀ ਤਾਂ ਕੋਈ ਆਪਣੀ ਪਤਨੀ ਤੇ ਬੱਚਿਆਂ ਨਾਲ ਗਲੇ ਲਾ ਕੇ ਮਿਲਿਆ। ਲੀਬੀਆ ਦੀ ਜੇਲ੍ਹ ਵਿੱਚ ਜਿਉਣ ਦੀ ਆਸ ਛੱਡ ਚੁੱਕੇ ਇਹਨਾਂ 17 ਨੌਜਵਾਨਾਂ ਲਈ ਇਹ ਪੁਨਰ ਜਨਮ ਤੋਂ ਘੱਟ ਨਹੀਂ ਸੀ। ਲੀਬੀਆ ਦੀ ਜੇਲ੍ਹ ਵਿੱਚ ਇਹ ਨੌਜਵਾਨ ਲਗਭਗ 6 ਮਹੀਨੇ ਰਹੇ। ਸਾਰੇ ਭਾਰਤੀ ਇਟਲੀ ਵਿੱਚ ਜੌਬ ਦੇ ਸੁਪਨੇ ਲੈ ਕੇ ਭਾਰਤ ਤੋਂ ਗਏ। ਟਰੈਵਲ ਏਜੰਟਾਂ ਦੇ ਧੋਖੇ ਨੇ ਇਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਪਹਿਲੇ ਇਹਨਾਂ ਨੂੰ ਦੁਬਈ ਲਿਜਾਇਆ ਗਿਆ, ਉੱਥੇ ਕੁਝ ਸਮਾਂ ਕੰਮ ਕਰਨ ਤੇ ਰਹਿਣ ਤੇ ਬਾਅਦ ਇਜਪਟ ਲਿਆਂਦਾ ਗਿਆ, ਯਾਨੀ ਕਿ ਮਿਸਰ ਵੱਲ। ਇੱਥੇ ਕੁਝ ਸਮਾਂ ਰੁਕਣ ਦੇ ਬਾਅਦ ਇਹਨਾਂ ਨੂੰ ਲੀਬੀਆ ਪਹੁੰਚਾ ਦਿੱਤਾ ਗਿਆ। ਟਰੈਵਲ ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਲੀਬੀਆ ਛੱਡ ਦਿੱਤਾ, ਜਿੱਥੇ ਕੁਝ ਹਥਿਆਰਬੰਦ ਨੌਜਵਾਨਾਂ ਦੇ ਗਰੁੱਪਾਂ ਨੇ ਇਹਨਾਂ ਨੂੰ ਬੰਦੀ ਬਣਾ ਲਿਆ। ਇਹਨਾਂ ਨੂੰ 3-4 ਦਿਨ ਵਿੱਚ ਇੱਕ ਵਾਰ ਖਾਣਾ ਦਿੱਤਾ ਜਾਂਦਾ ਸੀ। ਉਹਨਾਂ ਨਾਲ ਮਾਰਕੁੱਟ ਹੁੰਦੀ ਸੀ। ਲੀਬੀਆ 'ਚ ਫਸੇ ਇਹਨਾਂ ਨੌਜਵਾਨਾਂ ਨੇ ਸਾਂਸਦ ਬਿਕਰਮਜੀਤ ਸਾਨੀ ਦਾ ਧੰਨਵਾਦ ਕੀਤਾ। ਨੌਜਵਾਨਾਂ ਦਾ ਕਹਿਣਾ ਸੀਗਾ ਕਿ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਮੰਤਰੀਆਂ ਤੇ ਦੇਸ਼ ਦੇ ਨੇਤਾਵਾਂ ਨਾਲ ਸੰਪਰਕ ਕੀਤਾ ਸੀਗਾ, ਸੰਪਰਕ ਸਾਧਿਆ, ਪਰ ਉਹ ਕੇਵਲ ਸੋਸ਼ਲ ਮੀਡੀਆ ਤੇ ਆਪਣੀ ਮਸ਼ਹੂਰੀ ਕਰਦੇ ਨੇ। ਇੱਕ ਵੀ ਨੇਤਾ ਨੇ ਉਹਨਾਂ ਦੀ ਗੱਲ ਗੌਰ ਨਹੀਂ ਕੀਤੀ ਤੇ ਨਾ ਹੀ ਜਵਾਬ ਦਿੱਤਾ। ਪਰ ਬਿਕਰਮਜੀਤ ਸਾਨੀ ਨੂੰ ਸਿਰਫ ਇੱਕ ਵਾਰ ਮੈਸੇਜ ਛੱਡਿਆ ਤੇ ਇਸ ਦੇ ਬਾਅਦ ਉਹਨਾਂ ਨੇ ਵਾਪਸ ਲਿਆਉਣ ਦਾ ਭਰੋਸਾ ਦਿੱਤਾ। ਆਸਟ੍ਰੇਲੀਆ ਵਿੱਚ ਸਟੱਡੀ ਵੀਜ਼ਾ ਤੇ ਗਏ ਪੰਜਾਬੀ ਵਿਦਿਆਰਥੀਆਂ ਨੇ ਆਪਣੇ ਕੁਝ ਦੁੱਖ ਸਾਂਝੇ ਕੀਤੇ। ਉਹ ਏਜੰਟਾਂ ਵੱਲੋਂ ਦਿਖਾਏ ਸਬਜ਼ ਬਾਗਾਂ ਨੂੰ ਕੋਸ ਰਹੇ ਨੇ ਤੇ ਮਹਿੰਗਾਈ ਦੀ ਮਾਰ ਚੱਲਦਿਆਂ ਰੋਜ਼ਾਨਾ ਮੁਸ਼ਕਲਾਂ ਦੇ ਹੱਲ ਦੇ ਲਈ ਜੂਝ ਰਹੇ ਨੇ। ਮਾਂ-ਪਿਓ ਵੱਲੋਂ ਕਰਜ਼ਾ ਚੁੱਕ ਕੇ ਸੁਨਹਿਰੀ ਭਵਿੱਖ ਲਈ ਭੇਜੇ ਬੱਚਿਆਂ ਦਾ ਭਵਿੱਖ ਡਾਵਾਂਡੋਲ ਹੈ ਔਰ ਵਿਦਿਆਰਥੀਆਂ ਦੀ ਮਦਦ ਦੇ ਲਈ ਕਈ ਗੁਰਦੁਆਰਾ ਸਾਹਿਬ ਅੱਗੇ ਆਏ ਨੇ। ਇੱਕ ਗੁਰਦੁਆਰਾ ਸਾਹਿਬ ਦੇ ਕਮਿਊਨਿਟੀ ਸੈਂਟਰ ਵਿੱਚ ਅੰਮ੍ਰਿਤਸਰ ਵਾਸੀ ਹਰਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾ ਮਸਲਾ ਢਿੱਡ ਦੀ ਭੁੱਖ ਹੈ। ਸਿਰ 'ਚ ਪਾਉਣ ਦੇ ਲਈ ਕਿਰਾਏ ਉੱਤੇ ਮਕਾਨ ਮਿਲਣਾ ਸੌਖਾ ਕੰਮ ਹੈ, ਜਦਕਿ ਰੀਅਲ ਅਸਟੇਟਾਂ ਦੀਆਂ ਸ਼ਰਤਾਂ ਪੇਚੀਦਾ ਨੇ। ਵਿਦਿਆਰਥੀਆਂ ਕੋਲ ਪੱਕਾ ਰੋਜ਼ਗਾਰ ਨਾ ਹੋਣਾ ਸਮੱਸਿਆ ਹੈ। ਵਧੇਰੇ ਨੌਕਰੀਆਂ ਦੀ ਪੇ ਸਲਿੱਪ ਨਹੀਂ ਹੈ। ਮਕਾਨ ਮਾਲਕ ਕਿਰਾਏ ਦੀ ਗਰੰਟੀ ਮੰਗਦੇ ਨੇ। ਮਕਾਨਾਂ ਦੀ ਥੁੜ ਕਾਰਨ ਮਨਮਰਜ਼ੀ ਦਾ ਭੁਗਤਾਨ ਕਰਨਾ ਪੈਂਦਾ ਹੈ। ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਦੇ ਵਿਦਿਆਰਥੀ ਹਰਜੋਤ ਕੌਰ, ਬਬੀਤਾ ਦੇਵੀ ਤੇ ਮਧੂ ਸ਼ਬਾਨਾ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ ਕੰਮ ਲੱਭਣਾ ਖਾਸ ਕਰਕੇ ਲੜਕੀਆਂ ਲਈ ਬਹੁਤ ਔਖਾ ਹੈ। ਸੁਨੀਤਾ ਦੇਵੀ ਪੀਜ਼ਾ ਬਣਾਉਣ ਵਾਲੀ ਦੁਕਾਨ ਤੇ ਕੰਮ ਕਰਦੀ ਹੈ। ਉਹ ਰਾਤ ਦੇ 11 ਵਜੇ ਕੰਮ ਤੋਂ ਵਿਹਲੀ ਹੋ ਕੇ ਰੇਲ ਗੱਡੀ ਰਾਹੀਂ ਅੱਧੀ ਰਾਤ ਤੋਂ ਬਾਅਦ ਘਰ ਪੁੱਜਦੀ ਹੈ। ਸਵੇਰੇ 6 ਵਜੇ ਉੱਠ ਕੇ ਸਿੱਖਿਆ ਸੰਸਥਾਨ ਵੱਲ ਮਨ ਤਕੜਾ ਕਰਕੇ ਜਾਣਾ ਪੈਂਦਾ ਹੈ। ਇਹ ਸਿਲਸਿਲਾ ਰੋਜ਼ਮਰਾ ਦਾ ਹੈ। ਉਸ ਸਮੇਤ ਹੋਰ ਵੀ ਵਿਦਿਆਰਥੀ ਆਪਣੇ ਦੁੱਖ ਪਿੱਛੇ ਆਪਣੇ ਮਾਪਿਆਂ ਨੂੰ ਨਹੀਂ ਦੱਸਦੇ। ਵਿਦਿਆਰਥੀਆਂ ਦੇ ਅਨੁਸਾਰ ਗੁਰਦੁਆਰਾ ਸਾਹਿਬ ਹੀ ਉਹਨਾਂ ਦੀ ਬਾਂਹ ਫੜ ਰਹੇ ਨੇ। ਗੁਰਦੁਆਰਾ ਸਾਹਿਬ ਦੇ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਇਲਾਵਾ ਲੋੜਵੰਦਾਂ ਵਾਸਤੇ ਵੀ ਗੁਰੂ ਘਰ ਚੋਂ ਲੰਗਰ ਮਿਲਦਾ ਹੈ। ਸਿਡਨੀ ਗਲੈਨਵੁੱਡ ਗੁਰਦੁਆਰਾ ਸਾਹਿਬ ਨੇ 7 ਦਿਨ ਸੰਗਤ ਦੇ ਲਈ ਲੰਗਰ ਛਕਣ ਅਤੇ ਅਗਲੇ ਦਿਨ ਦੇ ਲਈ ਖਾਣਾ ਨਾਲ ਲਿਜਾਣ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ। ਕਮੇਟੀ ਵੱਲੋਂ ਸੰਗਤ ਲਈ ਸੱਚਾ ਸੌਦਾ ਦੁਕਾਨ ਵੀ ਖੋਲ੍ਹੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿਹੜੇ ਵਿਦਿਆਰਥੀ ਗਏ ਹੋਏ ਨੇ ਆਸਟ੍ਰੇਲੀਆ, ਉਹਨਾਂ ਨੂੰ ਉੱਥੇ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪੜ੍ਹਾਈ ਦੇ ਲਈ ਔਰ ਗੁਰਦੁਆਰਾ ਸਾਹਿਬਾਨ ਅੱਗੇ ਆਏ ਨੇ।
ਇਹ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।